प्रोग्राम रणजीत नगारा लैके मैं सरजीत सिंह घमान पंजाब अमृतसर सिख होमलैंड तो संगतां दे रूबरू। प्रोग्राम रणजीत नगारा देख रहे सारे दर्शकों ਨੂੰ मैं सरजीत सिंह घमान फतेह अर्ज करदा हां जी। वाहिगुरू जी का खालसा वाहिगुरू जी की फतेह। ਜਿਹੜਾ ਸਿੱਖ ਸੰਘਰਸ਼ ਸਿੱਖ ਕੌਮ ਦੀ ਹੋਂਦ ਹਸਤੀ ਲਈ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਚੱਲ ਰਿਹਾ ਹੈ, ਇਹਦੇ ਵਿੱਚ ਜਿਹੜੇ ਇਸ ਸੰਘਰਸ਼ ਦੇ ਵਿਰੋਧੀ ਨੇ ਉਹਨਾਂ ਨੇ ਬੜਾ ਕੂੜ ਪ੍ਰਚਾਰ ਕੀਤਾ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹ ਹਿੰਦੂਆਂ ਦੇ ਦੁਸ਼ਮਣ ਹੈ। ਬਾਬਾ ਜਰਨੈਲ ਸਿੰਘ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਲਈ ਭੰਡਿਆ ਜਾਂਦਾ ਕਿ ਉਹ ਤਾਂ ਜੀ ਖਾਲਿਸਤਾਨ ਦੇ ਨਾਂ ਦੇ ਉੱਤੇ ਹਿੰਦੂਆਂ ਦਾ ਕਤਲੇਆਮ ਕਰਨ ਨੂੰ ਫਿਰਦੇ। ਹੋਰ ਵੀ ਜਿਹੜੇ ਜੁਝਾਰੂ ਜਰਨੈਲ ਨੇ ਉਹਨਾਂ ਦੇ ਉਹ ਸਾਰੇ ਪੱਖ ਲੁਕੋਏ ਜਾਂਦੇ ਆ। ਜਦੋਂ ਭਾਈ ਜਗਰਾਜ ਸਿੰਘ ਤੂਫਾਨ ਵਰਗੇ ਇੱਥੋਂ ਜਾ ਕੇ ਹਰਿਆਣੇ ਚੋਂ ਜਾਂ ਹੋਰਨਾਂ ਸੂਬਿਆਂ ਚੋਂ ਉਹਨਾਂ ਪਰਿਵਾਰਾਂ ਨੂੰ ਲਿਆ ਕੇ ਇੱਥੇ ਵਸਾਉਂਦੇ ਰਹੇ, ਤੇ ਅੱਜ ਵੀ ਹਜ਼ਾਰਾਂ ਹੀ ਇਹੋ ਜਿਹੇ ਪਰਿਵਾਰ ਨੇ ਜਿਹੜੇ ਕਹਿੰਦੇ ਆ ਕਿ ਉਸ ਟਾਈਮ ਅਖਾੜਕੂਆਂ ਨੇ ਸਾਨੂੰ ਕਿਹਾ ਕਿ ਸਾਡੀ ਤੁਹਾਡੇ ਆਮ ਹਿੰਦੂ ਨਾਲ ਕਿਸੇ ਨਾਲ ਕੋਈ ਰੌਲਾ ਨਹੀਂ, ਜਿਹੜਾ ਸਾਡੇ ਨਾਲ ਪੰਗਾ ਲੈਂਦਾ ਉਹਦਾ ਚਾਹੇ ਬੇਅੰਤ ਸਿੰਘ ਹੋਵੇ ਚਾਹੇ KPS ਗਿੱਲ ਹੋਵੇ, ਤੇ ਉਹ ਸਿੱਖਾਂ ਦਾ ਹੋਵੇ ਈਸਾਈਆਂ ਦਾ ਹੋਵੇ, ਸਾਡੀ ਲੜਾਈ ਜ਼ੁਲਮ ਨਾਲ ਤੇ ਜ਼ਾਲਮ ਨਾਲ ਆ। ਤੇ ਇਸ ਕਰਕੇ ਵੀ ਅਸੀਂ ਉਦੋਂ ਵੀ ਇੱਥੇ ਪੂਰਾ ਸੁਰੱਖਿਅਤ ਰਹੇ ਹਾਂ, ਸੇਫ ਰਹੇ ਹਾਂ। ਤੋ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਸੀਗੇ ਉਹ ਇਹਨਾਂ ਜੁਝਾਰੂਆਂ ਦੇ ਹਮਾਇਤੀ ਬਣੇ। ਖਾਸ ਤੌਰ ਦੇ ਉੱਤੇ ਭਾਈ ਜਗਰਾਜ ਸਿੰਘ ਤੂਫਾਨ ਦੀ ਸ਼ਹਾਦਤ ਤੋਂ ਬਾਅਦ ਵਿੱਚ ਜਿਵੇਂ 5 ਲੱਖ ਤੋਂ ਵੱਧ ਬੰਦਾ ਉੱਥੇ ਇਕੱਠਾ ਹੋਇਆ, ਉਹਦੇ ਵਿੱਚ ਜਿੰਨਾ ਹਿੰਦੂ ਭਾਈਚਾਰੇ ਨੇ ਦੁੱਖ ਮਨਾਇਆ ਇਸ ਸ਼ਹਾਦਤ ਦਾ, ਇਵੇਂ ਹੀ ਭਾਈ ਜਗਰੂਪ ਸਿੰਘ ਕਾਲਖ ਜਿਹੜਾ ਸੀ ਉਹ ਮੰਡੀ ਅਹਿਮਦਗੜ੍ਹ ਦੇ ਇਲਾਕੇ ਦੇ ਵਿੱਚ ਹਿੰਦੂ ਭਾਈਚਾਰੇ 'ਚ ਬੜਾ ਹਰਮਨ ਪਿਆਰਾ ਰਿਹਾ। ਹੋਰ ਵੀ ਬੜੇ ਇਹੋ ਜਿਹੇ ਖਾਲਿਸਤਾਨੀ ਲਹਿਰ ਵਿੱਚ ਸ਼ਹੀਦ ਹੋਏ ਆ ਜਿਨ੍ਹਾਂ ਦਾ ਸਿੱਖਾਂ ਵਾਂਗ ਹੀ ਹਿੰਦੂ ਭਾਈਚਾਰੇ ਨੇ ਵੀ ਪਿਆਰ ਕੀਤਾ, ਕਿਉਂਕਿ ਉਹਨਾਂ ਹਿੰਦੂਆਂ ਨੂੰ ਇਸ ਗੱਲ ਦੀ ਸਮਝ ਚੰਗੀ ਤਰ੍ਹਾਂ ਆ ਗਈ ਕਿ ਇਹ ਜਿਹੜੇ ਨੌਜਵਾਨ ਕੌਮ ਦੀ, ਪੰਥ ਦੀ, ਪੰਜਾਬ ਦੀ ਚੜ੍ਹਦੀ ਕਲਾ ਲਈ ਜੂਝ ਰਹੇ ਨੇ, ਇਹਨਾਂ ਦਾ ਨਿਸ਼ਾਨਾ ਜਿਹੜਾ ਹੈ ਉਹ ਜ਼ੁਲਮ ਅਤੇ ਜ਼ਾਲਮ ਦਾ ਨਾਸ਼ ਕਰਨਾ ਤੇ ਇਸ ਧਰਤੀ ਉੱਤੇ ਸਭ ਦੇ ਲਈ ਇੱਕ ਸਰਬੱਤ ਦੇ ਭਲੇ ਵਾਲਾ ਰਾਜ ਭਾਗ ਸਥਾਪਿਤ ਕਰਨਾ, ਜਿੱਥੇ ਕਿਸੇ ਨਾਲ ਜ਼ੁਲਮ ਨਾ ਹੋਵੇ, ਵਧੀਕੀ ਨਾ ਹੋਵੇ, ਵਿਤਕਰਾ ਨਾ ਹੋਵੇ, ਜਿੱਥੇ ਕਿਸੇ ਦੇ ਨਾਲ ਉਹਦੇ ਧਰਮ ਕਰਕੇ ਡਿਸਕ੍ਰਿਮੀਨੇਸ਼ਨ ਜਿਹਨੂੰ ਕਹਿੰਦੇ ਆ ਧੱਕਾ ਜਾਂ ਵਿਤਕਰਾ ਨਾ ਹੋਵੇ। ਤੋ ਇਹ ਸਾਰਾ ਕੁਝ ਜਦੋਂ ਇਹਨਾਂ ਨਾਲ ਇੱਥੇ ਭਾਈ ਹੋ ਰਿਹਾ, ਆਮ ਹਿੰਦੂ ਸੋਚਦਾ ਸੀ ਵੀ ਜਦੋਂ ਇਹਨਾਂ ਨਾਲ ਇਹ ਸਾਰਾ ਕੁਝ ਹੁੰਦਾ ਹੈ ਤਾਂ ਫਿਰ ਇਹ ਖੈਰ ਕਰਨਗੇ, ਇਹ ਇੱਕ ਜਿਉਂਦੀ ਜਾਗਦੀ ਕੌਮ ਆ ਜਿਨ੍ਹਾਂ ਨੇ ਇਸ ਖਿੱਤੇ ਵਿੱਚ ਰਾਜ ਭਾਗ ਕੀਤੇ ਨੇ, ਕਿਉਂ ਮਤਲਬ ਨੀਵੀਂ ਪਾ ਕੇ ਦਿਨ ਕੱਟਣਗੇ। ਤੋ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਚਲੋ ਮੰਨ ਲੈਂਦੇ ਆ ਬਈ ਜਿਹੜੇ ਭੈਣਾਂ ਵਾਲੇ ਸੀ ਸੰਤ ਤੇ ਹੋਰ ਜੁਝਾਰੂ ਸੀ ਉਹਨਾਂ ਕੋਲੇ ਹਥਿਆਰ ਸੀਗੇ, ਪਰ ਨਵੰਬਰ 1984 ਨੂੰ ਜਦੋਂ ਇਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਦੇ ਸਾੜਿਆ, ਇਹਨਾਂ ਦੇ ਘਰਾਂ 'ਚ ਵੜ ਕੇ ਰੇਪ ਕੀਤੇ ਗਏ ਨੇ, ਬਲਾਤਕਾਰ ਹੋਏ ਨੇ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਨੇ, ਇਹ ਤਾਂ ਬੇਹੱਦ ਮਾੜੀ ਗੱਲ ਆ। ਸੋ ਜਿਹੜੇ ਹਿੰਦੂਆਂ ਨੂੰ ਇਸ ਤਰੀਕੇ ਦੀ ਗੱਲ ਦੀ ਸਮਝ ਸੀ ਕਿ ਸਿੱਖ ਨਜ਼ਰੀਆ ਕੀ ਆ, ਉਹਨਾਂ ਨੇ ਫਿਰ ਸਿੱਖੀ ਦਾ ਜਾਂ ਸਿੱਖਾਂ ਦਾ ਸਾਥ ਸਹਿਯੋਗ ਵੀ ਦਿੱਤਾ। ਔਰ ਇਹ ਗੱਲ ਕਹਿਣੀ ਬੜੀ ਮਤਲਬ ਕਿ ਸਾਡੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਹ ਸੰਘਰਸ਼ ਦੀ ਕਿ ਕਈ ਤਾਂ ਇਹੋ ਜਿਹੇ ਵੀ ਗੈਰ ਸਿੱਖ ਹੋਏ ਆ ਜਿਹੜੇ ਫਿਰ ਆਪਦੇ ਧਰਮ ਨੂੰ ਤਿਆਗ ਕੇ ਸਿੱਖ ਹੀ ਸੱਜ ਗਏ ਵੀ ਜੇ ਤੁਸੀਂ ਇਹੋ ਜਿਹੇ ਭਲੇ ਬੰਦਿਆਂ ਦੀ, ਇਹੋ ਜਿਹੀ ਸਿੱਖੀ ਦਾ, ਇਹੋ ਜਿਹੇ ਸਿੱਖਾਂ ਦਾ ਨਾਸ਼ ਕਰਨਾ ਚਾਹੁੰਦੇ ਹੋ ਨਾ, ਫਿਰ ਅਸੀਂ ਇਹਨਾਂ ਦੇ ਨਾਲ। ਇਹ ਜਿਹੜੀ ਗੱਲ ਕਰਨ ਵਾਲੇ ਭਾਵੇਂ ਉਹਨਾਂ ਦੇ ਨਾਂ ਬਹੁਤ ਥੋੜੇ ਹੋਣਗੇ, 100 ਤੋਂ ਵੀ ਘੱਟ ਹੋਣਗੇ, ਪਰ ਇਹ ਗੱਲ ਕਿ ਖਾਲਿਸਤਾਨੀ ਸੰਘਰਸ਼ ਵਿੱਚ ਸਿੰਘ ਸੱਜ ਕੇ ਸ਼ਹੀਦ ਹੋ ਜਾਣਾ, ਇਹ ਸਦਾ ਹੀ ਮੈਨੂੰ ਟੁੰਬਦੀ ਰਹਿੰਦੀ ਆ ਗੱਲ। ਤੇ ਅੱਜ ਇਹ ਗੱਲ ਕਿਉਂ ਛਿੜੀ ਇਹਦੇ ਬਾਰੇ ਵੀ ਮੈਂ ਦੱਸਣਾ ਚਾਹੁੰਦਾ, ਪਰ ਪਹਿਲਾਂ ਆਪਾਂ ਗੱਲ ਕਰੀਏ ਕਿ 1984 ਤੋਂ ਬਹੁਤ ਪਹਿਲਾਂ ਜਿਹੜਾ ਇੱਕ ਪਿੰਡ ਹੈਗਾ ਤਲਵੰਡੀ, ਧਾਰੀਵਾਲ ਦੇ ਕੋਲ ਤਲਵੰਡੀ
ਜਿਹੜਾ ਬਿਰਕਾਂ ਪਿੰਡ ਸੀਗਾ, ਉੱਥੇ ਇੱਕ ਪਰਿਵਾਰ ਰਹਿੰਦਾ ਸੀਗਾ ਤੇ ਦੱਤ ਪਰਿਵਾਰ ਸੀ, ਉਹਨਾਂ ਨੂੰ ਦੱਤ ਕੇ ਕਹਿੰਦੇ ਹੁੰਦੇ ਸੀਗੇ। ਉੱਥੇ ਮੈਂ ਪਿੱਛੇ ਜੇ ਗਿਆ ਤੇ ਉਹ ਕਹਿਣ ਲੱਗੇ ਵੀ ਇਹ ਜਿਹੜਾ ਹੈਗਾ ਜਿਹਦੇ ਬੰਦੇ ਦੀ ਤੁਸੀਂ ਗੱਲ ਕਰਦੇ ਹੋ, ਪੰਡਤ ਮੋਹਰ ਸਿੰਘ, ਇਹ ਜੂਨ 84 ਵਿੱਚ ਸ਼ਹੀਦ ਹੋਇਆ। ਇਹਦੀਆਂ 2 ਬੱਚੀਆਂ ਤੇ ਇਹਦੀ ਸਿੰਘਣੀ ਵੀ ਸ਼ਹੀਦ ਹੋਈ, ਪਰ ਇਹ ਪੰਡਤਾਂ ਦਾ ਮੁੰਡਾ ਸੀ ਤੇ ਦੱਤ ਇਹਨਾਂ ਦੀ ਮਗਰ ਲੱਗਦਾ ਸੀ, ਜਿਵੇਂ ਬ੍ਰਾਹਮਣਵਾਦ ਦੇ ਹਿਸਾਬ ਨਾਲ ਮਗਰ ਕੁਛ ਲਾਉਂਦੇ ਆ, ਜਾਤ ਗੋਤ ਜਿਹੀ। ਤੇ ਜਦੋਂ ਅਸੀਂ ਉਸ ਘਰ ਵਿੱਚ ਗਏ ਤਾਂ ਉੱਥੇ ਜਿਹੜੇ ਪੁਰਾਣੇ ਉਸ ਟਾਈਮ ਦੇ ਉਹਨਾਂ ਦੇ ਹਮ ਉਮਰ ਬਜ਼ੁਰਗ ਸੀਗੇ, ਉਹਨਾਂ ਨੇ ਦੱਸਿਆ ਵੀ ਇੱਥੇ ਉਹਦੀ ਹੱਟੀ ਹੁੰਦੀ ਸੀਗੀ। ਤੇ ਉਹ ਦੱਸਣ ਲੱਗਿਆ, ਭਾਈ ਵੀ ਮੇਰੇ ਤੋਂ ਤਾਂ 5-6 ਸਾਲ ਛੋਟਾ ਸੀਗਾ, ਬੜਾ ਹੁਸ਼ਿਆਰ ਸੀਗਾ ਤੇ ਇਹ 4 ਭਰਾ ਸੀਗੇ। ਤੇ ਇਹਦਾ ਨਾਂ ਪੰਡਤ ਮੋਹਰ ਸਿੰਘ ਦਾ ਨਾਂ ਦੱਤ ਲਾਲ ਸ਼ਰਮਾ ਹੁੰਦਾ ਸੀਗਾ, ਤੇ ਇੱਕ ਭਰਾ ਦਾ ਨਾਂ ਗੁਰਦੇਵ ਨਾਥ ਸੀਗਾ, ਇੱਕ ਰੁਲਦੂ ਰਾਮ ਸੀ ਤੇ ਇਹ ਸਤਪਾਲ ਸੀਗਾ। ਤੇ ਇਹ ਜਿਹੜੇ 4 ਭਰਾ ਗੁਰਦੇਵ ਨਾਥ, ਰੁਲਦੂ ਰਾਮ ਤੇ ਸਤਪਾਲ, ਇਹਨਾਂ ਵਿੱਚੋਂ ਜਿਹੜਾ ਚੌਥਾ ਸੀ ਦੱਤ ਲਾਲ ਸ਼ਰਮਾ, ਇਹ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਪੰਡਤ ਮਤਲਬ ਸੀਗਾ। ਤੇ ਇਸ ਨੂੰ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਗੁਰਸਿੱਖੀ ਦੀ ਮਹਿਕ ਜਿਹੜੀ ਆ ਉਹਨੇ ਖਿੱਚਿਆ ਤੇ ਧਰਮ ਵੱਲ ਪਾਸੇ ਆ ਗਿਆ। ਉਦੋਂ ਦੱਸਦੇ ਆ ਵੀ ਅਸੀਂ ਇਹਨੂੰ ਕਿਆ ਕਰੀਏ, ਉਹ ਦੱਸੇ ਬਜ਼ੁਰਗ ਵੀ ਤੇਰੀ ਹੁਣ ਤਾਂ ਦੁਕਾਨ ਵਧੀਆ ਚੱਲਣ ਲੱਗੀ ਆ ਤੇ ਹੁਣ ਤੂੰ ਦੂਜੇ ਪਾਸੇ ਨੂੰ ਤੁਰ ਪਿਆ। ਕਹਿੰਦਾ ਨਹੀਂ, ਹੁਣ ਤਾਂ ਬਸ ਉਦੋਂ ਨਰਕਧਾਰੀਆਂ ਦਾ ਬੜਾ ਰੌਲਾ ਸੀ ਤੇ ਨਰਕਧਾਰੀਏ ਸਿੱਖੀ ਦੇ ਨਾਲ ਹੋਰ ਧਰਮਾਂ ਦੇ ਉੱਤੇ ਵੀ ਅਟੈਕ ਕਰਦੇ ਸੀਗੇ। ਸੋ ਇਹ ਫਿਰ ਉਦੋਂ ਨਰਕਧਾਰੀਆਂ ਦੇ ਕਹਿੰਦੇ ਬੜਾ ਖਿਲਾਫ ਸੀ। ਸੋ ਪੰਡਤ ਮੋਹਰ ਸਿੰਘ ਜੀ ਫਿਰ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਅੰਮ੍ਰਿਤਧਾਰੀ ਗੁਰਸਿੱਖ ਬਣ ਕੇ ਕਿਵੇਂ ਉਹਨਾਂ ਨੇ ਬਾਣੀ ਤੇ ਬਾਣਾ ਧਾਰਨ ਕੀਤਾ, ਕਿਵੇਂ ਫਿਰ ਉਹਨਾਂ ਨੇ ਜਿਹੜਾ ਸੀਗਾ ਇੱਕ ਚੰਗੇ ਧਾਰਮਿਕ ਪ੍ਰਚਾਰਕ ਵਜੋਂ ਆਪਦਾ ਜੀਵਨ ਜਿਹੜਾ ਸੀ ਉਹ ਜੀਵਿਆ। ਸੂਰੋ ਪੱਡਾ ਪਿੰਡ ਆ, ਮਹਿਤਾ ਚੌਂਕ ਤੋਂ ਜਦੋਂ ਅੰਮ੍ਰਿਤਸਰ ਨੂੰ ਆਉਂਦੇ ਆ, ਰਸਤੇ 'ਚ ਵਿਚਾਲੇ ਜੇ ਪਿੰਡ ਪੈਂਦਾ, ਉੱਥੇ ਉਹ ਗ੍ਰੰਥੀ ਸਿੰਘ ਦੀ ਸੇਵਾ ਵੀ ਕਰਦੇ ਰਹੇ ਲੰਮਾ ਅਰਸਾ। ਉਹਨਾਂ ਦੇ ਜਿਹੜੇ ਮਤਲਬ ਸ਼ਾਗਿਰਦ ਰਹੇ ਆ ਕਈ, ਉਹ ਵੀ ਬਹੁਤ ਵਧੀਆ ਕੌਮ ਦੇ ਵਿੱਚ ਇਸ ਟਾਈਮ ਨਾਂ ਜਿਹੜਾ ਹੈਗਾ ਉਹ ਕਮਾ ਰਹੇ ਨੇ, ਸੇਵਾ ਕਰ ਰਹੇ ਨੇ। ਤੇ ਜਿਹੜੀ ਮਤਲਬ ਪੰਡਤ ਮੋਹਰ ਸਿੰਘ ਜੀ ਦਾ ਜੀਵਨ ਸੀਗਾ ਉਹ ਇੰਨਾ ਜ਼ਿਆਦਾ ਵਧੀਆ ਸੀ ਵੀ ਹਰੇਕ ਜਿਹੜਾ ਦੂਜੇ ਧਰਮ ਦਾ ਬੰਦਾ ਸੀ ਉਹ ਵੀ ਪ੍ਰਭਾਵਿਤ ਹੁੰਦਾ ਸੀ। ਜਿਹੜੇ ਸਿੱਖਾਂ ਦੇ ਬੱਚੇ ਬੱਚੀਆਂ ਸੀ ਉਹਨਾਂ ਲਈ ਵੀ ਇਹ ਗੱਲ ਸੀ ਵੀ ਜੇ ਪੰਡਤਾਂ ਤੇ ਬ੍ਰਾਹਮਣਾਂ ਦੇ ਘਰਾਂ 'ਚ ਪੈਦਾ ਹੋ ਕੇ ਇਹ ਐਡੇ ਸਿੱਖੀ ਦੇ ਲਈ, ਧਰਮ ਦੇ ਲਈ ਇੰਨਾ ਕਰਦੇ ਆ, ਤਾਂ ਜਿਹੜੀ ਇਸ ਤਰੀਕੇ ਦੀ ਉਦਾਹਰਨ ਹੁੰਦੀ ਆ ਉਹ ਜ਼ਿਆਦਾ ਲੋਕਾਂ ਨੂੰ ਧਰਮ ਨਾਲ ਜੋੜਦੀ ਹੈ। ਜਦੋਂ ਕੋਈ ਸਿੱਖ ਹੀ ਸਿੱਖੀ ਦਾ ਪ੍ਰਚਾਰ ਕਰਦਾ ਹੋਵੇ ਉਹ ਵੀ ਪ੍ਰਭਾਵਿਤ ਹੁੰਦੀ ਹੈ ਗੱਲ। ਪਰ ਜਦੋਂ ਕੋਈ ਬ੍ਰਾਹਮਣਾਂ ਚੋਂ, ਪੰਡਤਾਂ ਚੋਂ ਸਿੰਘ ਸੱਜ ਕੇ ਲੋਕਾਂ ਨੂੰ ਕਹੇ ਕਿ ਬਾਣੀ ਨਾਲ ਜੁੜੋ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ, ਨਿਤਨੇਮੀ ਬਣੋ, ਭਜਨ ਬੰਦਗੀ ਕਰੋ, ਤੇ ਜਿਹੜੇ ਸਿੱਖ ਧਰਮ ਦੇ ਸਿਧਾਂਤ ਨੇ ਉਹਨਾਂ ਤੇ ਪਹਿਰਾ ਦਿਓ, ਮਰਿਆਦਾ ਉੱਤੇ ਪਹਿਰਾ ਦਿਓ, ਇਹਦਾ ਫਿਰ ਹੋਰ ਵੀ ਜ਼ਿਆਦਾ ਮਤਲਬ ਅਸਰ ਹੁੰਦਾ। ਸੋ ਪੰਡਤ ਮੋਹਰ ਸਿੰਘ ਜੂਨ 1984 ਨੂੰ ਉਹਨਾਂ ਦੀ ਜਿਹੜੀ ਸਿੰਘਣੀ ਸੀਗੀ ਉਹ ਵੀ ਇੱਥੇ ਸ਼ਹੀਦ ਹੋਏ। ਤੇ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਸੀਗੀਆਂ ਦਰਬਾਰ ਸਾਹਿਬ ਦੇ ਵਿੱਚ, ਸਤਨਾਮ ਕੌਰ ਤੇ ਵਾਹਿਗੁਰੂ ਕੌਰ, ਉਹ ਵੀ ਇਸ ਜੰਗ ਵਿੱਚ ਸ਼ਹੀਦ ਹੋਏ ਨੇ। ਤੇ ਇਹ ਇੱਕ ਬੜੀ ਵੱਡੀ ਗੱਲ ਆ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਆ ਜੇ ਬ੍ਰਾਹਮਣਾਂ ਦੇ ਖਿਲਾਫ ਆ ਸਿੱਖ, ਇਹ ਜਿਹੜੇ ਖਾਲਿਸਤਾਨੀ ਨੇ ਇਹ ਤਾਂ ਜੀ ਹਿੰਦੂਆਂ ਦੇ ਖਿਲਾਫ ਨੇ, ਪੰਡਤਾਂ ਦੇ ਖਿਲਾਫ ਨੇ। ਵੀ ਪੰਡਤ ਮੋਹਰ ਸਿੰਘ ਜੀ ਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ, ਉਹ ਭਿੰਡਰਾਂ ਵਾਲੇ ਸੰਤਾਂ ਦੇ ਡੇਰੇ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਉਸ ਜਥੇ ਵਿੱਚ ਉੱਥੇ ਸਾਰਾ ਜੀਵਨ ਉਹਨਾਂ ਨੇ ਕੱਢਤਾ। ਉਹਨਾਂ ਦੀ ਜਿਹੜੀ ਜਥੇਦਾਰਨੀ ਆ ਬੀਬੀ ਪ੍ਰੀਤਮ ਕੌਰ, ਉਹਨੂੰ ਨਾ ਸਮਝ ਲੱਗੀ ਵੀ ਭਿੰਡਰਾਂ ਵਾਲੇ ਜਾਂ ਟਕਸਾਲ ਜਿਹੜੀ ਆ ਉਹ ਹਿੰਦੂਆਂ ਦੀ ਦੁਸ਼ਮਣ ਆ ਜਾਂ ਇਹ ਖਾਲਿਸਤਾਨੀ ਲਹਿਰ ਸਿੱਖਾਂ ਦੀ ਦੁਸ਼ਮਣ ਆ। ਇਹ ਜਿਹੜੇ ਲੋਕ ਇਹੋ ਜਿਹਾ ਭੰਡੀ ਪ੍ਰਚਾਰ ਕਰਦੇ ਆ, ਇਹਨਾਂ ਨੂੰ ਕਿੱਥੋਂ ਸਮਝ ਲੱਗ ਗਈ, ਇਹ ਕਿੱਥੋਂ ਇਹੋ ਜਿਹੀਆਂ ਗੱਲਾਂ ਲਿਆਏ। ਸੋ ਪੰਡਤ ਮੋਹਰ ਸਿੰਘ ਜੀ ਦਾ ਜਿੰਨਾ ਵੀ ਜ਼ਿਆਦਾ ਅਸੀਂ ਉਹਨਾਂ ਬਾਰੇ ਗੱਲ ਕਰੀਏ ਓਨੀ ਥੋੜੀ ਆ। ਪੰਡਤ ਮੋਹਰ ਸਿੰਘ ਜੀ ਨੇ, ਬੀਬੀ ਪ੍ਰੀਤਮ ਕੌਰ ਜੀ ਨੇ, ਉਹਨਾਂ ਦੀਆਂ ਮਾਸੂਮ ਬੱਚੀਆਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜੂਝਦਿਆਂ ਹੋਇਆਂ ਜੋ ਸ਼ਹਾਦਤ ਪਾਈ ਹੈ ਉਹ ਏਡੀ ਕਮਾਲ ਦੀ ਆ ਵੀ ਜਿੰਨਾ ਉਹਦੇ ਉੱਤੇ
ਆਪਾਂ ਮਾਣ ਕਰ ਸਕੀਏ ਓਨਾ ਹੀ ਥੋੜਾ। ਪਰ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਪੰਡਿਤ ਮੋਹਰ ਸਿੰਘ ਜੀ ਦਾ ਜਿਹੜਾ ਸਹੁਰਾ ਪਰਿਵਾਰ ਸੀਗਾ, ਜਮਾਲਪੁਰ ਪਿੰਡ ਬਤਾਲੇ ਦੇ ਕੋਲ ਬਾਬੇ ਬਕਾਲੇ ਵਾਲੇ ਪਾਸੇ ਹੈ। ਇੱਥੇ ਪੰਡਿਤ ਜਿਹੜਾ ਸੀਗਾ ਇਸ ਪਰਿਵਾਰ ਦੇ ਵਿੱਚ ਜਾਣੀ ਕਿ ਵੀ ਜਿਹੜਾ ਸੀਗਾ ਸਿੱਖੀ ਸੀਗੀ, ਜਿਹੜੇ ਇਹਨਾਂ ਦਾ ਮਤਲਬ ਪੰਡਿਤ ਮੋਹਰ ਸਿੰਘ ਜੀ ਦਾ ਸਹੁਰਾ ਪਰਿਵਾਰ ਸੀ। ਇਹਦੇ ਨਾਲ ਹੀ ਜਿਹੜਾ ਬਤਾਲਾ ਪਿੰਡ ਵਾ ਜਿਹਦੀ ਆਪਾਂ ਗੱਲ ਛੇੜੀ ਆ, ਇੱਥੇ ਪੰਡਿਤ ਬਿਹਾਰੀ ਲਾਲ ਸਰਪੰਚ ਪਿੰਡ ਜਮਾਲਪੁਰ ਨੇੜੇ ਬਤਾਲਾ, ਇਹ ਜਿਹੜੇ ਨੇ ਇਸ ਘਰ ਦੇ ਵਿੱਚ ਪੰਡਿਤ ਮੋਹਰ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪੰਡਿਤ ਮੋਹਰ ਸਿੰਘ ਦੀ ਭੈਣ ਤੋਂ ਇਹ ਪਰਿਵਾਰ ਵੀ ਜਿਹੜਾ ਸੀ ਪੰਡਿਤ ਬਿਹਾਰੀ ਲਾਲ ਸਰਪੰਚ ਦਾ, ਇਹ ਵੀ ਸਿੱਖੀ ਦੀ ਚੜ੍ਹਦੀ ਕਲਾ ਲਈ ਜਿਵੇਂ ਜੂਝਿਆ, ਜਿਵੇਂ ਇਹਨੇ ਇਸ ਪਰਿਵਾਰ ਨੇ ਕੌਮ ਦੀ ਸੇਵਾ ਕੀਤੀ, ਉਹ ਵੀ ਆਪਣੇ ਆਪ 'ਚ ਬੇਮਿਸਾਲ ਆ। ਇਹਨਾਂ ਨੇ ਧਰਮ ਯੁੱਧ ਮੋਰਚੇ 'ਚ ਵੱਧ ਚੜ ਕੇ ਹਿੱਸਾ ਲਿਆ ਤੇ ਗ੍ਰਿਫਤਾਰੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ ਤੇ ਕਈ ਵਾਰ ਪੁਲਿਸ ਨੇ ਇਹਨਾਂ ਨੂੰ ਫੜਿਆ, ਘੋਰ ਤਸ਼ੱਦਦ ਕੀਤਾ। ਇਹਨਾਂ ਦਾ ਕੱਚਾ ਘਰ ਸੀਗਾ ਉਹ ਢਾਹ ਦਿੱਤਾ, ਜ਼ਮੀਨ ਵੇਚ ਕੇ ਇਹਨਾਂ ਦੀ ਜਿਹੜੀ ਮੁਕੱਦਮਿਆਂ ਦੀ ਪੈਰਵਾਈ ਕਰਨੀ ਪਈ। ਪਰ ਸਵਾਦ ਵਾਲੀ ਗੱਲ, ਆਨੰਦ ਵਾਲੀ ਗੱਲ ਇਹ ਆ ਕਿ ਇਹ ਜਿਹੜਾ ਜਿਵੇਂ ਪੰਡਿਤ ਮੋਹਰ ਸਿੰਘ ਬ੍ਰਾਹਮਣ ਪਰਿਵਾਰ 'ਚ ਪੈਦਾ ਹੋ ਕੇ ਸਿੱਖੀ ਲਈ ਜੂਝਿਆ ਤੇ ਸ਼ਹੀਦ ਹੋਇਆ ਤੇ ਆਪਦੀ ਸਿੰਘਣੀ ਤੇ ਬੱਚਿਆਂ ਦੀਆਂ ਵੀ ਸ਼ਹਾਦਤਾਂ, 4 ਜਣੇ ਉਹ, ਤੇ ਅੱਗੇ ਇਸ ਪਰਿਵਾਰ ਦੇ ਵਿੱਚ ਭਾਈ ਮੋਹਰ ਸਿੰਘ ਦੇ ਜਿਹੜੇ ਭਾਣਜੇ ਆ, ਭਾਈ ਸੁਰਿੰਦਰ ਸਿੰਘ ਬੱਬੂ ਤੇ ਭਾਈ ਪ੍ਰੇਮ ਸਿੰਘ, ਇਹ ਵੀ ਕੌਮ ਦੇ ਲੇਖੇ ਲੱਗੇ ਤੇ ਇਹਨਾਂ ਵਿੱਚੋਂ ਇੱਕ ਸਿੰਘ ਨੇ ਭਾਈ ਬਖਸ਼ੀਸ਼ ਸਿੰਘ ਕਲਯੁਗ ਦੇ ਨਾਂ ਹੇਠ ਕੌਮ ਦੀ ਸੇਵਾ ਕੀਤੀ ਔਰ ਬਹੁਤ ਵੱਡੀ ਘਾਲਣਾ ਜਿਹੜੀ ਹੈਗੀ ਆ ਇਸ ਪਰਿਵਾਰ ਨੇ ਘਾਲੀ। ਤੋਂ ਇਸ ਤੋਂ ਅੱਗੇ ਜਿਹੜੀ ਗੱਲ ਚੱਲਦੀ ਆ ਉਹ ਇਹ ਹੈ ਕਿ ਇਸ ਪਰਿਵਾਰ ਨੇ 10 ਜੀ ਕੌਮ ਦੇ ਲੇਖੇ ਲਾਤੇ ਤੇ ਇਹ ਇੱਕ ਆਪਣੇ ਆਪ 'ਚ ਸਿੱਖ ਇਤਿਹਾਸ ਦੇ ਲਈ ਮਾਣਯੋਗ ਗੱਲ ਹੈ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ, ਪੰਡਿਤ ਮੋਹਰ ਸਿੰਘ ਦੇ ਹੀ ਪਰਿਵਾਰ ਦੇ ਵਿੱਚੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘਸੀਟਪੁਰਾ ਜਿਹੜਾ ਹੈ, ਘਸੀਟਪੁਰ, ਉੱਥੇ ਇੱਕ ਮਾਤਾ ਰੂਪ ਰਾਣੀ ਹੈ, ਕਾਫੀ ਵੱਡੀ ਉਮਰ ਆ ਉਹਨਾਂ ਦੀ। ਉਹਨਾਂ ਦੇ 2 ਪੁੱਤ, 2 ਭਰਾ, ਇੱਕ ਉਹਨਾਂ ਦਾ ਜਵਾਈ, ਮਾਮਾ ਤੇ ਮਾਮੀ, ਤੇ ਉਹਨਾਂ ਦੀਆਂ 2 ਬੇਟੀਆਂ ਇਸ ਸੰਘਰਸ਼ ਵਿੱਚ ਸ਼ਹੀਦ ਹੋਏ। ਜਾਣੀ ਕਿ ਜਿਹੜੇ ਪੰਡਿਤ ਮੋਹਰ ਸਿੰਘ ਜੀ ਆ, ਉਹਨਾਂ ਦੇ ਹੀ ਪਰਿਵਾਰ ਦੇ ਵਿੱਚ ਅੱਗੇ ਇਹ ਆ ਜਾਂਦੀ ਹੈ ਗੱਲ ਘਸੀਟਪੁਰ ਵਾਲੀ। ਇੱਕ ਤਾਂ ਹੋ ਗਈ ਰਿਸ਼ਤੇਦਾਰੀ ਪੰਡਿਤ ਜਿਹੜਾ ਆਪਣਾ ਬਿਹਾਰੀ ਲਾਲ ਸਰਪੰਚ ਵਾਲੀ, ਜਮਾਲਪੁਰ ਵਾਲੀ, ਇੱਕ ਸੂਰੋ ਪੱਡਾ ਵਾਲੀ ਹੋ ਗਈ ਇਹ ਸਾਰੀ ਜਿਹੜੀ ਤਲਵੰਡੀ ਬਿਰਕਾ ਵਾਲੀ ਪੰਡਿਤ ਮੋਹਰ ਸਿੰਘ ਦਾ ਪਰਿਵਾਰ। ਅੱਗੇ ਜਿਹੜਾ ਹੈਗਾ ਗਾਹਾਂ ਉਹਨਾਂ ਦੇ ਵਿੱਚੋਂ ਅੱਗੇ ਇਹ ਪਰਿਵਾਰ ਆ ਗਿਆ ਘਸੀਟਪੁਰ ਵਾਲਾ। ਹੁਣ ਉਸ ਘਰ ਦੇ ਵਿੱਚ ਕੰਧ ਉੱਤੇ 10 ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਉਹ 10 ਸ਼ਹੀਦਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਉਹਨਾਂ ਸਾਰੇ ਖਾਲਿਸਤਾਨ ਦੇ ਬਾਰੇ ਭੰਡੀ ਪ੍ਰਚਾਰ ਕਰਨ ਵਾਲਿਆਂ ਦੇ, ਜਿਹੜੇ ਕਹਿੰਦੇ ਆ ਜੀ ਹਿੰਦੂਆਂ ਦੇ ਦੁਸ਼ਮਣ, ਉਹਨਾਂ ਦੇ ਮੂੰਹ ਤੇ ਇੱਕ ਥੱਪੜ ਆ ਵੀ ਆ ਕੇ ਦੇਖ ਲਓ ਭਾਈ ਇੱਥੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਪਰਿਵਾਰ ਕੌਮ ਦੇ ਸਿੱਖੀ ਦੇ ਲੇਖੇ ਲੱਗ ਕੇ ਸ਼ਹੀਦੀ ਪਾ ਗਏ। ਹੁਣ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਾਲੇ ਉਹਨਾਂ ਦੇ ਘਰ ਗਏ ਆ ਤੇ ਪਤਾ ਲੱਗਿਆ ਹੈਗਾ ਵੀ 28 ਸਾਲ ਤੋਂ ਇਹਨਾਂ ਦੀ ਜ਼ਮੀਨ ਆ ਜਿਹੜੀ ਉਹ 4 ਲੱਖ ਦੇ ਵਿੱਚ ਗਹਿਣੇ ਪਈ ਆ ਤੇ ਖਰਚ ਪਾਣੀ ਦਾ ਵੀ ਕਾਫੀ ਔਖਾ। ਤੇ ਜਦੋਂ ਇਹ ਗੱਲ ਚਰਚਾ ਚ ਆਈ ਤਾਂ ਬਹੁਤ ਸਾਰੇ ਗੁਰਸਿੱਖਾਂ ਨੇ ਸਾਹਮਣੇ ਆ ਕੇ ਮੈਦਾਨ ਦੇ ਵਿੱਚ ਆ ਕੇ ਗੱਲ ਇਹ ਕੀਤੀ ਆ ਕਿ ਕੋਈ ਚੱਕਰ ਨਹੀਂ ਜੀ, ਅਸੀਂ ਇਹ ਜਿਹੜੀ ਮਾਇਆ ਦਾ ਇੰਤਜ਼ਾਮ ਵੀ ਕਰਾਂਗੇ ਤੇ ਇਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਵੀ ਜਿਹੜਾ ਇੰਤਜ਼ਾਮ ਆ ਉਹ ਪੱਕਾ ਕਰ ਦਿਆਂਗੇ। ਗੱਲ ਇਹ ਨਹੀਂ ਕਿ 4 ਲੱਖ ਦੀ ਥਾਂ ਤੇ 40 ਲੱਖ ਵੀ ਹੁੰਦਾ ਕੌਮ ਨੇ ਕਰ ਦੇਣਾ। ਗੱਲ ਇਹ ਵੀ ਨਹੀਂ ਕਿ ਪ੍ਰਸ਼ਾਦੇ ਪਾਣੀ ਦੀ, ਰਾਸ਼ਨ ਪਾਣੀ ਦੀ ਸੇਵਾ ਜਿਹੜੀ ਆ ਵੀ ਉਹ। ਗੱਲ ਇਹ ਆ ਕਿ 10 ਫੋਟੋਆਂ ਸ਼ਹੀਦਾਂ ਦੀਆਂ ਪਰਿਵਾਰ ਦੇ ਮੈਂਬਰਾਂ ਦੀਆਂ ਕੰਧਾਂ ਉੱਤੇ ਲੱਗੀਆਂ ਹੋਈਆਂ ਨੇ
ਤੇ ਸਾਰੇ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਸਿੱਖੀ ਦੇ ਲੇਖੇ ਲੱਗ ਗਏ। ਤੇ ਇਹ ਜੇ ਮੈਂ ਆਪਣੇ ਬੰਦਿਆਂ ਨੂੰ ਕਈ ਵਾਰ ਕਹਿਣਾ ਹੁੰਨਾ ਵੀ ਜਿਹੜੇ ਪਰਿਵਾਰ ਆਪਣੀ ਕੌਮ ਦੇ ਸ਼ਹੀਦ ਹੋਏ ਨੇ, ਸਿੱਖ ਸ਼ਹੀਦ, ਉਹਨਾਂ ਦੀ ਸੇਵਾ ਸੰਭਾਲ ਤਾਂ ਕਰਨੀ ਹੀ ਕਰਨੀ ਹੈ, ਪਰ ਜਿਹੜੇ ਪਰਿਵਾਰ ਗੈਰ ਸਿੱਖ ਸੀ, ਜਿਹੜੇ ਦੂਜੇ ਪਰਿਵਾਰਾਂ, ਦੂਜੀਆਂ ਜਥੇਬੰਦੀਆਂ, ਦੂਜੀਆਂ ਬਰਾਦਰੀਆਂ ਤੇ ਦੂਜੀਆਂ ਕੌਮਾਂ ਦੇ ਵਿੱਚ ਆ ਕੇ ਸਿੱਖ ਸੱਜ ਕੇ ਸ਼ਹੀਦ ਹੋਏ ਆ, ਜਿਨ੍ਹਾਂ ਨੇ ਖਾਲਿਸਤਾਨ ਦੇ ਲਈ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੀ ਵਿਸ਼ੇਸ਼ ਤੌਰ ਤੇ ਖੈਰ ਸੁੱਖ ਲੈਣ ਦੀ ਲੋੜ ਹੈ। ਜਿੱਥੇ ਇਹ ਆਪਾਂ ਇਸ ਬ੍ਰਾਹਮਣ ਪਰਿਵਾਰ ਦੀ, ਪੰਡਤ ਪਰਿਵਾਰ ਦੀ ਗੱਲ ਕਰਦੇ ਆ ਕਿ 10 ਜੀ ਇਸ ਪਰਿਵਾਰ ਦੇ ਲੇਖੇ ਲੱਗ ਗਏ, ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਪਰਿਵਾਰ ਨੇ। ਮੈਂ ਕਈ ਵਾਰ ਉਹਨਾਂ ਦੀ ਲਿਸਟਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸੂਚੀ ਬਣਾਈ ਜਾਵੇ, ਤੇ ਇਹਨਾਂ ਗੈਰ ਸਿੱਖ ਪਰਿਵਾਰਾਂ ਦੇ ਵਿੱਚੋਂ ਜਿਹੜੇ ਲੋਕਾਂ ਨੇ ਸ਼ਹਾਦਤ ਪਾਈ ਆ, ਇੱਕ ਭਾਈ ਅਲੋਕ ਸਿੰਘ ਬੱਬਰ ਦੇ ਨਾਲ ਸੰਤੂ ਨਾਂ ਦਾ ਸਿੰਘ ਹੁੰਦਾ ਸੀ, ਸੰਤੂ ਸਿੰਘ ਜਾਂ ਜਸਵੰਤ ਸਿੰਘ ਸੰਤੂ ਉਹਨੂੰ ਕਹੀਦਾ ਸੀ। ਉਹ ਵੀ ਜਿੱਦਣ ਲੁਧਿਆਣੇ ਭਾਈ ਅਲੋਕ ਸਿੰਘ ਬੱਬਰ ਜੀ ਨੂੰ ਪੁਲਿਸ ਹਿਰਾਸਤ ਵਿੱਚੋਂ ਸਿੰਘਾਂ ਨੇ ਛੁਡਵਾਇਆ, ਉਸ ਮੌਕੇ ਉਹਦੀ ਸ਼ਹਾਦਤ ਹੋਈ ਆ। ਹੋਰ ਵੀ ਜਿਹੜੇ ਬਹੁਤ ਸਾਰੇ ਸਿੰਘ ਨੇ, ਜਿਵੇਂ ਬੈਰੋਵਾਲ ਵਾਲਾ ਜਿਹੜਾ ਸੀਗਾ ਸਿੰਘ, ਪੰਡਤ ਪਰਿਵਾਰ ਚੋਂ ਸੀ, ਬੱਬੂ ਪੰਡਤ, ਤੇ ਉਹਨੂੰ ਫਿਰ ਕਿਵੇਂ ਭਾਈ ਹਰਦੇਵ ਸਿੰਘ ਬਣ ਕੇ, ਭੋਲੀ ਪੰਡਤ ਵੀ ਇਦਾਂ ਹੀ ਮਤਲਬ ਕੌਮ ਦੇ ਲੇਖੇ ਲੱਗਿਆ। ਇੱਕ ਫਿਰੋਜ਼ਪੁਰ ਤੋਂ ਸੀਗਾ ਜਿਹੜਾ ਅਜੀਤ ਸਿੰਘ, ਉਹ ਵੀ ਹਿੰਦੂ ਪਰਿਵਾਰ ਚੋਂ ਸੀ, ਪਰ ਉਹ ਸਿੰਘ ਸਜਾ ਹੋਇਆ ਸੀਗਾ। ਤੇ ਇੱਕ ਇਹੋ ਜਿਹੇ ਸਿੰਘ ਬਾਰੇ ਵੀ ਪਤਾ ਲੱਗਿਆ ਬਈ ਬਲਵਿੰਦਰ ਸਿੰਘ ਖੋਜਕੀਪੁਰ ਇੱਕ ਦਿਨ ਦੱਸਦੇ ਸੀਗੇ ਵੀ ਉਹ ਸੰਤਾਂ ਕੋਲੇ ਆ ਕੇ ਰੋਜ਼ ਹੁਕਮਨਾਮਾ ਸੁਣਾਉਂਦਾ ਹੁੰਦਾ ਸੀ, ਸੰਤ ਪਿੰਡਰਾਂ ਵਾਲਿਆਂ ਨੂੰ, ਤੇ ਹਿੰਦੂ ਸੀਗਾ। ਤੇ ਫਿਰ ਜਿਹੜਾ ਰੋਸ਼ਨ ਲਾਲ ਬਰਾਗੀ, ਜਿਹੜਾ ਭਾਈ ਗੁਰਦੇਵ ਸਿੰਘ ਬਣ ਕੇ ਸ਼ਹੀਦ ਹੋਇਆ, ਉਹ ਵੀ ਬਰਪਾਲਾ ਤੋਂ ਸੀ, ਉਹ ਬਰਾਗੀ ਪਰਿਵਾਰ ਚੋਂ ਸੀਗਾ। ਫਿਰ ਭਾਈ ਬਲਦੀਪ ਸਿੰਘ ਬੱਬਰ ਫੂਲ, ਉਹ ਸ਼ਰਮਿਆਂ ਦਾ ਮੁੰਡਾ ਸੀ, ਪੰਡਤਾਂ ਦਾ ਮੁੰਡਾ ਸੀ। ਤੇ ਇਹ ਸਾਰੇ ਜਿਹੜੇ ਸਿੰਘ ਨੇ, ਇਹ ਜਿਹੇ ਬ੍ਰਾਹਮਣ ਜਾਂ ਹਿੰਦੂ ਪਰਿਵਾਰਾਂ ਚੋਂ ਜਿਹੜੇ ਕੌਮ ਦੇ ਲੇਖੇ ਲੱਗੇ, ਇਹਨਾਂ ਦੇ ਪਰਿਵਾਰਾਂ ਦੀ ਖੈਰ ਸੁੱਖ ਕੋਈ ਵਿਸ਼ੇਸ਼ ਸਮਾਰੋਹ ਕੌਮ ਨੂੰ ਕਰਨਾ ਚਾਹੀਦਾ, ਜਿੱਥੇ ਉਹਨਾਂ ਸ਼ਹੀਦਾਂ ਦਾ, ਜਿਹੜੇ ਮੁਸਲਮਾਨ ਜਾਂ ਹਿੰਦੂ, ਕਈ ਕਹਿਣਗੇ ਜੀ ਮੁਸਲਮਾਨਾਂ ਚ, ਹੁਣ ਸਾਡੇ ਸਾਹਮਣੇ ਆ ਜਿਹੜੇ ਭਾਈ ਲਛਮਣ ਸਿੰਘ ਬੱਬਰ ਤੇ ਬਸ਼ੀਰ ਮੁਹੰਮਦ ਉਹਦਾ ਨਾਂ ਸੀਗਾ, ਤੇ ਭੰਮੇ ਕਲਾਂ ਪਿੰਡਾ ਮਾਨਸਾ ਕੋਲ, ਉੱਥੇ ਮੁੰਡਾ ਪੁਲਿਸ 'ਚ ਭਰਤੀ ਹੋਇਆ। ਪੁਲਿਸ 'ਚ ਭਰਤੀ ਹੋਣ ਤੋਂ ਬਾਅਦ ਪੁਲਿਸ ਅਫਸਰਾਂ ਨੇ ਕਿਹਾ ਵੀ ਤੂੰ ਦਾੜੀ ਕੇਸ ਰੱਖ ਕੇ ਹਥਿਆਰ ਲੈ ਕੇ ਨਾ ਇਥੋਂ ਭਗੌੜਾ ਹੋ ਜਾਣਾ, ਤਾਂ ਕਿ ਲੋਕਾਂ 'ਚ ਚਰਚਾ ਹੋ ਜਾਵੇ, ਖਾੜਕੂ ਸਮਝਣ ਵੀ ਇਹ ਤਾਂ ਬਾਗੀ ਹੋ ਗਿਆ। ਤੇ ਜਦੋਂ ਤੂੰ ਉਹਨਾਂ ਦੇ ਵਿੱਚ ਖਾੜਕੂਆਂ 'ਚ ਰਲ ਗਿਆ, ਫਿਰ ਸਾਨੂੰ ਧਰਮ ਸਿੰਘ ਢਿੱਲਵਾਂ ਤੇ ਹੋਰ ਬੱਬਰਾਂ ਦੇ ਬਾਰੇ, ਸਾਰਿਆਂ ਬਾਰੇ ਦੱਸਦੀ, ਤੇ ਅਸੀਂ ਫਿਰ ਇਹਨਾਂ ਦਾ ਸਫਾਇਆ ਕਰ ਲਵਾਂਗੇ। ਪਰ ਜਦੋਂ ਉਹ ਗਿਆ ਬਸ਼ੀਰ ਮੁਹੰਮਦ ਉਹਨਾਂ ਦੇ ਵਿੱਚ, ਤਾਂ ਉਹਨੇ ਬੜੀ ਜਾ ਕੇ ਜਾਣਸਾਰ ਉਹਨਾਂ ਨੂੰ ਦੱਸਦਾ ਵੀ ਮੈਨੂੰ ਤਾਂ ਸਰਕਾਰ ਨੇ ਇਸ ਕੰਮ ਲਈ ਤੁਹਾਡੇ 'ਚ ਘੁਸਪੈਠ ਕਰਵਾਈ ਆ, ਪਰ ਮੈਂ ਤੁਹਾਡੇ ਹਾਜ਼ਰ ਹਾਂ। ਜੋ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ। ਥੋੜੇ ਟਾਈਮ ਬਾਅਦ ਅਖਬਾਰਾਂ 'ਚ ਫਿਰ ਇਹੀ ਖਬਰ ਪੜੀ ਕਿ ਬੱਬਰ ਖਾਲਸਾ ਦਾ ਲੈਫਟੀਨੈਂਟ ਜਨਰਲ ਉਹਨੂੰ ਥਾਪ ਦਿੱਤਾ ਗਿਆ। ਤੇ ਜੋ ਕਾਰਨਾਮੇ ਭਾਈ ਲਛਮਣ ਸਿੰਘ ਬੱਬਰ ਨੇ ਕੀਤੇ ਆ, ਉਹ ਬੇਮਿਸਾਲ ਨੇ। ਮਾਲਵੇ ਜ਼ੋਨ ਦੇ ਵਿੱਚ ਭਾਈ ਲਛਮਣ ਸਿੰਘ ਬੱਬਰ ਖਾਲਸਾ ਦੇ ਲਈ ਮਤਲਬ ਇਉਂ ਸੀਗਾ ਵੀ ਸਾਰੀ ਬੱਬਰ ਖਾਲਸਾ ਦੀ ਬਾਕੀ ਜਿਹੜੀ ਜਥੇਬੰਦੀ ਸੀ, ਉਹ ਇਹ ਸਮਝਦੀ ਸੀ ਕਿ ਮਾਲਵਾ ਤਾਂ ਇਕੱਲਾ ਹੀ ਇਹ ਆਪਦੇ ਵਾਲੇ ਜਥੇ ਨਾਲ ਹੀ ਸਾਂਭ ਸਕਦਾ, ਏਡਾ ਮਤਲਬ ਇਹਦੇ ਚ ਜਜ਼ਬਾ ਕੌਮ ਦਾ। ਉਹ ਭਾਈ ਲਛਮਣ ਸਿੰਘ ਬੱਬਰ ਦੀ ਜਿਹੜੀ ਜਥੇਦਾਰਨੀ ਸੀ, ਸਿੰਘਣੀ ਭੈਣ ਸ਼ਕੀਨਾ, ਜਿਹਨੇ ਬਾਅਦ ਵਿੱਚ ਰਾਣੀ ਕੌਰ ਨਾਂ ਅੰਮ੍ਰਿਤ ਛਕ ਕੇ ਉਹਨਾਂ ਨੇ ਰੱਖਿਆ, ਉਹ ਇਹ ਉੱਥੇ ਗਏ ਜਦੋਂ ਕਲਕੱਤੇ 1993 ਦੇ ਵਿੱਚ, ਇਹਨਾਂ ਦਿਨਾਂ ਦੀ ਗੱਲ ਆ, ਮਈ ਮਹੀਨੇ ਦੇ ਵਿੱਚ। ਤਾਂ ਉੱਥੇ ਜਦੋਂ ਗਏ ਨੇ ਤੇ ਇਤੋਂ ਪਿੱਛੋਂ ਸੂਹ ਮਿਲ ਗਈ ਤੇ ਪ੍ਰੈਗਨੈਂਟ ਸੀ, ਪੇਟ ਤੋਂ ਬੱਚਾ ਹੋਣ ਵਾਲਾ ਸੀਗਾ। ਤੋਂ ਜਦੋਂ ਉੱਥੇ ਕਲਕੱਤੇ ਪੁਲਿਸ ਨੂੰ ਇਤੋਂ ਪੰਜਾਬ ਦੀ ਨੂੰ ਪਤਾ ਲੱਗਿਆ, ਤੇ ਜਿਹੜੇ ਗਰੀਲਾ ਸਕੁਐਡ ਰੱਖੇ ਸੀਗੇ ਕਿ ਜਿੱਥੇ ਵੀ ਕੋਈ ਬੰਦਾ ਸਿੱਖ ਇਹੋ ਜਿਹਾ ਹੈ ਜਿਹੜਾ ਪੰਥ ਦੀ ਗੱਲ ਕਰਦਾ, ਉਹਨੂੰ ਕਤਲ ਕਰਨਾ ਹੈ। ਇੱਥੋਂ ਜਾ ਕੇ ਕਲਕੱਤੇ ਇਹਨਾਂ ਨੇ ਗੋਲੀਆਂ ਮਾਰੀਆਂ ਤੇ ਭਾਈ ਸਾਹਿਬ ਦਾ
ਭਾਈ ਸਾਹਿਬ ਦੀ ਸਿੰਘਣੀ ਦਾ ਤੇ ਬੱਚੇ ਦਾ ਉੱਥੇ ਮਰਡਰ ਕਰ ਦਿੱਤਾ। ਉਸ ਕੇਸ ਵਿੱਚ ਇਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਵੀ ਹੋਈਆਂ ਤੇ ਇਹਨਾਂ ਲੋਕਾਂ ਨੇ ਬਾਅਦ ਵਿੱਚ ਜਿਹੜਾ ਕੈਪਟਨ ਦੀ ਸਰਕਾਰ ਸੀਗੀ ਉਦੋਂ, ਜਦੋਂ ਇਹਨਾਂ ਨੂੰ ਰਾਸ਼ਟਰਪਤੀ ਤੋਂ ਫਿਰ ਸਾਰਿਆਂ ਨੂੰ ਸਜ਼ਾਵਾਂ ਇਹਨਾਂ ਦੀਆਂ ਮਾਫ ਕਰਵਾਈਆਂ ਗਈਆਂ। ਤੋ ਇਹ ਜਿਹੜਾ ਭਾਈ ਲਛਮਣ ਸਿੰਘ ਬੱਬਰ ਤੇ ਉਹਦੇ ਪਰਿਵਾਰ ਦੀ ਕੁਰਬਾਨੀ ਆ, ਕੱਲੀ ਇੱਥੇ ਨਹੀਂ ਰਹਿ ਗਈ। ਮੈਂ ਬਥੇਰੇ ਇਹੋ ਜਿਹੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਨੂੰ ਜਾਣਦਾ ਆਪਣਿਆਂ ਨੂੰ, ਜਿਹੜੇ ਬਾਅਦ ਵਿੱਚ ਇਸ ਗੱਲ ਨੂੰ ਉਸ ਤਰੀਕੇ ਨਾਲ ਨਹੀਂ ਰੱਖ ਸਕੇ ਜਿਵੇਂ ਰੱਖਣੀ ਚਾਹੀਦੀ ਸੀ। ਪਰ ਜਿਵੇਂ ਮੈਂ ਆਹ ਗੱਲ ਕੀਤੀ ਆ ਵੀ ਪੰਡਤ ਮੋਹਰ ਸਿੰਘ ਦਾ ਪਰਿਵਾਰ ਆ ਜਿਹੜਾ, ਉਹਨਾਂ ਨੇ ਬਾਕੀ ਰਿਸ਼ਤੇਦਾਰੀਆਂ ਨੇ ਵੀ ਅੱਜ ਤੱਕ ਕੌਮ ਦੇ ਸੰਘਰਸ਼ ਨੂੰ ਪਿੱਠ ਨਹੀਂ ਦਿੱਤੀ। ਉਵੇਂ ਹੀ ਜਿਹੜਾ ਭਾਈ ਬਲਦੀਪ ਸਿੰਘ ਫੂਲ ਆ, ਉਹਦਾ ਜਿਹੜਾ ਭਤੀਜਾ, ਉਹ ਅਕਸਰ ਸਾਨੂੰ ਮਿਲਦਾ ਗਿਲਦਾ ਰਹਿੰਦਾ। ਉਹ ਵੀ ਕੌਮ ਦਾ ਬਹੁਤ ਸੱਚਾ ਸੁੱਚਾ ਪਿਆਰ ਕਰਨ ਵਾਲਾ ਗੁਰਸਿੱਖ ਬੱਚਾ ਹੈ। ਵਧੀਆ ਉਹਦੇ ਪ੍ਰਤੀ ਸਾਡੇ ਵਿਚਾਰ ਨੇ। ਸ਼ਰਮਿਆਂ ਦਾ ਮੁੰਡਾ, ਜਦੋਂ ਗੱਲ ਕਰੀਦੀ ਆ ਉਹਦੇ ਜਿਹੜੇ ਪਿਤਾ ਜੀ ਸੀ ਹਰਬੰਸ ਲਾਲ ਜੀ, ਉਹਨਾਂ ਬਾਰੇ ਜਾਂ ਹੋਰ ਪਰਿਵਾਰ ਦੇ ਮੈਂਬਰਾਂ ਬਾਰੇ, ਤਾਂ ਬੜਾ ਮਨ ਨੂੰ ਆਉਂਦਾ ਕਿ ਇਹਨਾਂ ਨੇ ਸਿੱਖੀ ਲਈ ਕਿੰਨੀ ਵੱਡੀ ਘਾਲਣਾ ਘਾਲੀ ਆ ਤੇ ਅਸੀਂ ਇਹਨਾਂ ਦਾ ਅਜੇ ਉਨੀ ਕਦਰ ਨਹੀਂ ਕਰ ਸਕੇ। ਤਾਂ ਦੂਜੇ ਪਾਸੇ ਜਿਹੜਾ ਇਹ ਹੈ ਆਪਣਾ ਭਾਈ ਬਸ਼ੀਰ ਮੁਹੰਮਦ, ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰੋ ਤਾਂ ਪਿੱਛੇ ਜੇ ਜਦੋਂ ਡੇਰਾ ਸਰਸਾ ਦੇ ਮੁਖੀ ਨੇ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਤਾਂ ਉਸ ਮੌਕੇ ਇਹਨਾਂ ਦੀ ਭਾਣਜੀ ਜਿਹੜੀ ਸੀ ਬੀਬੀ ਪ੍ਰਵੀਨ ਕੌਰ, ਉਹਦੇ ਬਾਰੇ ਭਾਰਤੀ ਹਕੂਮਤੀ ਏਜੰਸੀਆਂ ਦਾ ਇਹ ਦਾਅਵਾ ਕਿ ਉਹ ਮਨੁੱਖੀ ਬੰਬ ਬਣ ਕੇ ਇਹਨੂੰ ਉਡਾਉਣ ਦੇ ਕੇਸ ਵਿੱਚ ਸੀ। ਸੋ ਪ੍ਰਵੀਨ ਕੌਰ ਜਿਹੜੀ ਆ ਉਹ ਭਾਈ ਲਛਮਣ ਸਿੰਘ ਬੱਬਰ ਦੀ ਭਾਣਜੀ ਆ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਜਦੋਂ ਅਸੀਂ ਸੁਣਦੇ ਕਰਦੇ ਆ ਤਾਂ ਮੈਨੂੰ ਸਾਡੀ ਕੌਮ ਉੱਤੇ ਵੀ ਆਉਂਦਾ, ਜਿਹੜੇ ਅੱਜ ਬੜੇ ਬੈਠੇ ਬੈਠੇ ਕਹਿ ਦਿੰਦੇ ਆ ਕਿ ਜੀ ਇਹ ਖਾੜਕੂ ਬੜੇ ਮਾੜੇ ਸੀ, ਖਾਲਿਸਤਾਨੀ ਬੜੇ ਮਾੜੇ ਸੀ। ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਹੋਰ ਕੌਮ ਦੇ ਵਿੱਚ ਵੀ ਇਦਾਂ ਦੇ ਵਿਚਾਰ ਹੋਣਗੇ। ਬਾਕੀ ਕੌਮਾਂ ਦੇ ਵਿੱਚ ਆਪਦੀ ਕੌਮ ਲਈ, ਆਪਦੀ ਕੌਮ ਦੀ ਆਜ਼ਾਦੀ ਲਈ ਲੜਨ ਵਾਲਿਆਂ ਪ੍ਰਤੀ ਜਿਹੜੀ ਭਾਵਨਾ ਉਹ ਬਿਲਕੁਲ ਹੋਰ ਆ। ਆਪਣੇ ਕੌਮ ਦੇ ਅੰਦਰ ਇਸ ਤਰੀਕੇ ਦੇ ਖਿਆਲਾਤ ਕਿਵੇਂ ਬਣਦੇ ਜਾ ਰਹੇ ਆ, ਇਹਦੇ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਆ ਤੇ ਸਾਨੂੰ ਇਹਦੇ ਬਾਰੇ ਬੜੇ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਆ ਕਿ ਕਿਵੇਂ ਭਾਰਤੀ ਹਕੂਮਤੀ ਤੰਤਰ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਜਚਾਉਣ ਵਿੱਚ ਲੱਗਿਆ ਹੋਇਆ ਹੈ ਕਿ ਇਹ ਜਿਹੜੇ ਕੌਮ ਦੀ ਆਜ਼ਾਦੀ ਲਈ ਜੂਝਦੇ ਆ ਇਹ ਤਾਂ ਬੜੇ ਭੈੜੇ ਆ ਤੇ ਗੁਲਾਮੀ ਬਹੁਤ ਵਧੀਆ ਵਾ। ਅੰਗਰੇਜ਼ਾਂ ਦੇ ਵੇਲੇ ਕਹਿੰਦੇ ਕਿਤਾਬਚੇ ਵੰਡੇ ਜਾਂਦੇ ਸੀ, ਅੰਗਰੇਜ਼ੀ ਰਾਜ ਕੀ ਨਿਆਮਤੇ। ਹੁਣ ਵੀ ਸਾਡੇ ਆਲੇ ਦੁਆਲੇ ਹਜ਼ਾਰਾਂ ਹੀ ਢੰਗ ਤਰੀਕਿਆਂ ਨਾਲ, ਹਜ਼ਾਰਾਂ ਹੀ ਜਿਹੜੇ ਨੇ ਸਾਧਨ ਨੇ ਜਿਨ੍ਹਾਂ ਰਾਹੀਂ ਇਹ ਗੱਲ ਸਾਡੇ ਲੋਕਾਂ ਦੇ ਮਨਾਂ ਵਿੱਚ ਵਸਾਈ ਜਾ ਰਹੀ ਆ ਕਿ ਭਾਰਤ ਵਿੱਚ ਗੁਲਾਮ ਰਹਿਣ ਦੇ ਤਾਂ ਲਾਭ ਨੇ ਸਿੱਖਾਂ ਨੂੰ, ਪਰ ਭਾਰਤ ਵਿੱਚ ਆਜ਼ਾਦੀ ਦੀ ਗੱਲ ਸੋਚਣੀ ਸਿੱਖਾਂ ਲਈ ਮਾੜੀ ਗੱਲ ਹੋਊਗੀ। ਹੁਣ ਇਹ ਤਾਂ ਅਜੀਬ ਜੀ ਗੱਲ ਹੀ ਹੋਈ ਕਿ ਕਿਵੇਂ ਕੋਈ ਕੌਮ ਗੁਲਾਮ ਰਹਿਣਾ ਮੰਨ ਸਕਦੀ ਹੈ, ਕਿਵੇਂ ਕੋਈ ਕੌਮ ਕਹਿ ਸਕਦੀ ਹੈ ਕਿ ਜੀ ਸਾਨੂੰ ਗੁਲਾਮੀ ਜ਼ਿਆਦਾ ਵਧੀਆ ਵਾ ਤੇ ਅਸੀਂ ਜਿਹੜੀ ਆਜ਼ਾਦੀ ਆ ਉਹ ਨਹੀਂ ਚਾਹੁੰਦੇ। ਤੋ ਇਹ ਜਿਹੜਾ ਹੌਲੀ ਹੌਲੀ ਸਿੱਖਾਂ 'ਚ ਬਾਗੀ ਅਤੇ ਬਾਦਸ਼ਾਹ, ਸਿੱਖ ਜਾਂ ਤਾਂ ਬਾਗੀ ਹੁੰਦਾ ਜਾਂ ਬਾਦਸ਼ਾਹ ਹੁੰਦਾ, ਇਹ ਇਸ ਭਾਵਨਾ ਦੇ ਉੱਤੇ ਸੱਟ ਮਾਰਨ ਦੇ ਲਈ ਇਹ ਸਾਰਾ ਜਿਹੜਾ ਕੁਝ ਕੀਤਾ ਜਾ ਰਿਹਾ ਇਹਨੂੰ ਸਾਨੂੰ ਸਮਝਣਾ ਚਾਹੀਦਾ ਕਿ ਅਕਸਰ ਇਹ ਸਾਰਾ ਕੁਝ ਕਿਵੇਂ ਲੋਕਾਂ ਦੇ ਮਨਾਂ 'ਚ ਵੜਿਆ ਜਾ ਰਿਹਾ, ਔਰ ਬੜੀ ਸਪਸ਼ਟਤਾ ਨਾਲ ਇਹ ਗੱਲ ਆਪਾਂ ਨੂੰ ਮਹਿਸੂਸ ਕਰਨੀ ਚਾਹੀਦੀ ਆ ਕਿ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਆ। ਹੁਣ ਤਾਂ ਇਹੋ ਜਿਹੇ ਬੰਦੇ ਪੈਦਾ ਹੋ ਗਏ ਆ ਜਿਹੜੇ KPS ਗਿੱਲ ਨੂੰ, ਇੰਦਰਾ ਨੂੰ, ਜਨਰਲ ਬਰਾੜ ਨੂੰ ਜਾਂ ਹੋਰ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਜਾਇਜ਼ ਠਹਿਰਾਉਂਦੇ ਆ। ਡੇਰਾ ਸਰਸਾ ਨੂੰ ਵੀ ਜਾਇਜ਼ ਠਹਿਰਾਉਂਦੇ ਆ, ਨਰਕ ਧਾਰੀਆਂ ਨੂੰ ਵੀ ਜਾਇਜ਼ ਠਹਿਰਾਉਂਦੇ ਆ। ਸਿੱਖੀ ਅਤੇ ਸਿੱਖਾਂ ਦੇ ਹਰੇਕ ਦੁਸ਼ਮਣ ਨੂੰ ਬਿਲਕੁਲ ਸਹੀ ਦਰਸਾਉਣ ਵਾਲੇ ਇਹ ਸਿੱਖ ਕਿੰਨੇ ਆਪਦੇ ਆਪ ਨੂੰ ਮਹਾਨ ਸਮਝਦੇ ਆ, ਕਿੰਨੇ ਆਪਦੇ ਆਪ ਨੂੰ ਗਿਆਨਵਾਨ ਸਮਝਦੇ ਆ, ਉਹ ਉਹਨਾਂ ਦੀ ਪ੍ਰੋਬਲਮ ਆ। ਪਰ ਮੈਂ ਆਪਣੀ ਕੌਮ ਦੀ ਗੱਲ ਕਰਦਾ ਕਿ ਇਹ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਇਹ ਸਾਰੇ ਦੇ ਸਾਰੇ ਲੋਕ ਦੁਸ਼ਮਣ ਦੇ
ਲਈ ਕੰਮ ਕਰਦੇ ਆ। ਇਹ ਦੁਸ਼ਮਣ ਦਾ ਕੰਮ ਕਰਨ ਦੇ ਲਈ ਜ਼ਰੂਰੀ ਨਹੀਂ ਕਿ ਟੋਪੀ ਪਾ ਕੇ ਜਾਂ ਬੋਦੀ ਰੱਖ ਕੇ ਜਾਂ ਬ੍ਰਾਹਮਣਵਾਦ, ਇਦਾਂ ਨਹੀਂ ਗੱਲ ਹੁੰਦੀ। ਉਹਨਾਂ ਨੂੰ ਕੋਈ ਲੋੜ ਨਹੀਂ ਹਿੰਦੂ ਬਣਨ ਦੀ। ਉਹ ਉੱਪਰ ਦੀ ਗਾਤਰਾ ਕਿਰਪਾਨ ਪਾ ਕੇ, ਜਿਵੇਂ ਬਾਣੀ 'ਚ ਵੀ ਆਉਂਦਾ ਕਿ ਜਿਹੜੇ ਰੱਖਦੇ ਆ ਤਿੱਤਰ ਬਟੇਰੇ ਫੜਨ ਵਾਲੇ ਸ਼ਿਕਾਰੀ ਹੁੰਦੇ ਆ ਨਾ, ਉਹ ਨਿੱਕੇ ਨਿੱਕਿਆਂ ਨੂੰ ਪਾਲ ਲੈਂਦੇ ਆ। ਤੇ ਜਦੋਂ ਉਹਨੂੰ ਬੁਲਾਰੇ ਕਹੀਦਾ, ਜਿਹੜੇ ਉਹ ਹੁੰਦਾ ਨਾ ਆਪਣਾ ਤਿੱਤਰ ਬਟੇਰਾ ਜਿਹੜਾ ਸਿਖਾਇਆ ਹੋਇਆ ਹੁੰਦਾ, ਸੁਧਾਇਆ ਹੋਇਆ ਹੁੰਦਾ, ਟ੍ਰੇਨਡ ਕੀਤਾ ਹੁੰਦਾ, ਉਹਨੂੰ ਕਹਿੰਦੇ ਆ ਬੁਲਾਰਾ। ਪੰਜਾਬੀ ਚ ਅੱਖਰ ਵਾ ਬੁਲਾਰਾ, ਵੀ ਇਹ ਸਾਡਾ ਬੁਲਾਰਾ ਰੱਖਿਆ ਹੋਇਆ। ਉਹ ਫਿਰ ਉੱਥੇ ਜਾ ਕੇ ਦੂਜਿਆਂ ਤਿੱਤਰਾਂ ਬਟੇਰਿਆਂ ਦੇ ਵਿਚਾਲੇ ਬਹਿ ਕੇ ਉਹਨਾਂ ਵਿੱਚ ਰਲ ਕੇ ਉਹਨਾਂ ਨੂੰ ਉਸ ਜਾਲ ਵਿੱਚ ਲਿਆ ਕੇ ਫਸਾਉਂਦਾ ਸ਼ਿਕਾਰੀ ਦੇ, ਜਿੱਥੇ ਉਹ ਫਿਰ ਉਹਦਾ ਕੋਈ ਰਾਹ ਨਹੀਂ ਹੁੰਦਾ। ਉਸ ਚੀਜ਼ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਬੁਲਾਰੇ ਜਿਹੜੇ ਨੇ, ਇਹੋ ਜਿਹੇ ਸਿਖਾਏ ਹੋਏ ਜਿਹੜੇ ਹੈਗੇ ਉਹ ਸਰਗਰਮ ਨੇ। ਉਹ ਸਿੱਖਾਂ ਨੂੰ ਗੁੰਮਰਾਹ ਕਰਦੇ ਨੇ ਕਿ ਇਹ ਜਿਹੜੇ ਸਿੱਖ ਸੰਘਰਸ਼ ਦੀ ਗੱਲ ਆ ਇਹ ਬੜੀ ਮਾੜੀ ਆ, ਤੁਸੀਂ ਇਹ ਜੇ ਚੱਕਰ 'ਚ ਨਹੀਂ ਪੈਣਾ, ਇਹ ਤਾਂ ਬਹੁਤ ਗਲਤ ਹੋ ਜਾਊਗਾ। ਇਹ ਜਿਹੜੀਆਂ ਗੱਲਾਂ ਚੱਲਦੀਆਂ ਨੇ, ਇਹਨਾਂ ਬਾਰੇ ਜਿਹੜਾ ਸਾਨੂੰ ਸਿਆਣੇ ਹੋਣ ਦੀ ਲੋੜ ਆ, ਸਾਨੂੰ ਚੇਤੰਨ ਹੋਣ ਦੀ ਲੋੜ ਆ। ਪਰ ਅਫਸੋਸ ਦੀ ਗੱਲ ਆ ਕਿ ਸਾਡੀ ਕੌਮ ਜਿਹੜੀ ਆ ਉਹ ਉਹਨਾਂ ਦੇ ਗਧੀ ਗੇੜ 'ਚ ਬੜਾ ਕਸੂਤਾ ਫਸੀ ਹੋਈ ਹੈ। ਹੁਣ ਬਾਣੀ ਨੇ ਤਾਂ ਸਪਸ਼ਟ ਨਿਰਣਾ ਕਰਤਾ ਵੀ ਹਰਣਾ ਬਾਝਾਂ ਤੈਸ ਕਦਾਰਾਂ ਇਹਨਾਂ ਪੜਿਆ ਨਾਉ, ਫਨ ਦੀ ਲੱਗੀ ਜਾਤ ਪਹਾਇਨ ਅੱਗੇ ਨਾਹੀਂ ਥਾਉ। ਹੁਣ ਇਹ ਇਦੋਂ ਵੱਧ ਸਪਸ਼ਟਤਾ ਦੇ ਨਾਲ ਸਾਨੂੰ ਕਦੋਂ ਜਿਹੜਾ ਕੋਈ ਹੋਰ ਸਮਝਾਇਆ ਜਾ ਸਕਦਾ। ਤਾਂ ਸਾਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਕੌਮ ਦੀ ਗੱਲ ਜਿਹੜੀ ਆ ਉਹ ਅੱਗੇ ਤੋਰਨੀ ਹੈ। ਅੱਜ ਦੇ ਸਮੇਂ ਦੇ ਵਿੱਚ ਦੁਸ਼ਮਣ ਜਿਹੜਾ ਹੈ ਉਹ ਤੁਹਾਡੇ ਅੰਦਰ ਪ੍ਰਚਾਰ ਕਰਕੇ ਬੜਾ ਤੁਹਾਡੇ ਨਾਇਕਾਂ ਨੂੰ ਖਲਨਾਇਕ ਬਣਾ ਸਕਦਾ ਤੇ ਖਲਨਾਇਕਾਂ ਨੂੰ ਨਾਇਕ ਬਣਾ ਸਕਦਾ। ਹੁਣ ਆਪਣੀ ਕੌਮ ਜਿਹੜੀ ਆ ਇਸ ਚੱਕਰ ਦੇ ਵਿੱਚੋਂ ਕਿਵੇਂ ਨਿਕਲਦੀ ਆ, ਕਿਵੇਂ ਸਿਆਣੀ ਹੁੰਦੀ ਆ, ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ। ਅਸੀਂ ਆ ਜਿਹੜਾ ਆਪਣਾ ਸਾਂਝਾ ਪੰਜਾਬ ਦੇ ਉੱਤੇ ਪ੍ਰੋਗਰਾਮ ਕਰਦੇ ਆ ਜਾਂ ਅਸੀਂ ਆ ਰਣਜੀਤ ਨਗਾਰਾ ਕਰਦੇ ਆ, ਇਹ ਸਾਰੀ ਗੱਲ ਦਾ ਮੁੱਖ ਜਿਹੜਾ ਧੁਰਾ ਉਹ ਇਸੇ ਗੱਲ 'ਚ ਹੀ ਆ ਕਿ ਅਸੀਂ ਆਪਦੀ ਕੌਮ ਨੂੰ ਸਿਖਾ ਸਕੀਏ ਕਿ ਦੇਖੋ ਤਾਂ ਸਹੀ ਬਈ ਮੁਸਲਮਾਨਾਂ ਦੇ ਘਰੇ ਜਨਮ ਲੈ ਕੇ ਬਸ਼ੀਰ ਮੁਹੰਮਦ ਭੰਮੇ ਕਲਾਂ ਵਾਲਾ ਜਿਹੜਾ ਅੱਜ ਦੇ ਦਿਨ ਉਹਨਾਂ ਦੀ ਜਿਹੜੀ ਆ ਸ਼ਹੀਦੀ ਦਾ ਖਬਰ ਸਾਨੂੰ ਮਿਲੀ ਸੀ ਕਿ ਕੱਲ ਉੱਥੇ ਇਹ ਐਨਕਾਊਂਟਰ ਹੋ ਗਿਆ। ਉਹ ਜਿਹੜਾ ਕਲਕੱਤੇ ਦੇ ਵਿੱਚ ਉੱਥੇ ਸ਼ਹੀਦ ਕਰ ਦਿੱਤਾ ਗਿਆ, ਉਹਦੀ ਬੱਚੀ ਘਰ ਵਾਲੀ ਤੇ ਬੱਚੇ ਦੇ ਨਾਲ ਪੇਟ 'ਚ ਬੱਚਾ ਸੀਗਾ। ਉਹ ਜਿਹੜਾ ਸਿੰਘ ਹੈ ਉਹ ਮੁਸਲਮਾਨਾਂ ਦੇ ਘਰੇ ਜੰਮਿਆ। ਪ੍ਰਗਟ ਸਿੰਘ ਸੰਗਤਪੁਰਾ ਗੁੱਜਰ ਮੁਸਲਮਾਨਾਂ ਦੇ ਘਰੇ ਜੰਮਿਆ। ਹੋਰ ਬੜੇ ਆ ਜਿਹੜੇ ਗੈਰ ਸਿੱਖ ਪਰਿਵਾਰਾਂ 'ਚ ਜੰਮੇ ਆ। ਤੇ ਇਹਨਾਂ ਵਿੱਚੋਂ ਆ ਜਿਹੜੇ ਨੇ ਪੰਡਿਤ ਮੋਹਰ ਸਿੰਘ ਵਰਗੇ ਜਿਨ੍ਹਾਂ ਦੇ 10-10 ਜੀ ਪਰਿਵਾਰ ਦੇ ਇਹਦੇ ਲੇਖੇ ਲੱਗ ਗਏ ਵੀ ਇਹ ਸਾਰੇ ਕਾਸੇ ਦੇ ਪ੍ਰਤੀ ਆਪਾਂ ਕਦੋਂ ਕਲੀਅਰਿਟੀ ਨਾਲ ਸੋਚਾਂਗੇ, ਕਦੋਂ ਆਪਾਂ ਇਸ ਗੱਲ ਵਾਲੇ ਪਾਸੇ ਆਵਾਂਗੇ ਕਿ ਹਕੀਕਤ ਜਿਹੜੀ ਆ ਉਹ ਨਹੀਂ ਜੋ ਇੰਡੀਅਨ ਮੀਡੀਆ ਦਰਸਾਉਂਦਾ ਖਾਲਿਸਤਾਨ ਬਾਰੇ, ਖਾਲਿਸਤਾਨੀ ਸੰਘਰਸ਼ ਬਾਰੇ, ਖਾਲਿਸਤਾਨੀਆਂ ਦੇ ਬਾਰੇ। ਇੰਡੀਅਨ ਮੀਡੀਆ ਕਿਉਂ ਕਹੇਗਾ ਕਿ ਇਹ ਬਿਲਕੁਲ ਠੀਕ ਆ, ਗੱਲ ਸਹੀ ਗੱਲ ਆ, ਸਿੱਖਾਂ ਨੂੰ ਆਜ਼ਾਦੀ ਚਾਹੀਦੀ ਆ, ਜਿੱਥੇ ਸਿੱਖ ਕੌਮ ਆਪਦੀ ਹੋਂਦ ਹਸਤੀ ਦੀ ਆਪ ਮਾਲਕ ਹੋਵੇ, ਆਪਦੇ ਫੈਸਲੇ ਆਪ ਕਰ ਸਕੇ। ਉਹ ਕਿਉਂ ਤੁਹਾਨੂੰ ਇਹੋ ਜਿਹਾ ਮੌਕਾ ਜਾਂ ਕਿਉਂ ਇਹੋ ਜਿਹਾ ਮਾਹੌਲ ਦੇਣਗੇ? ਕੋਈ ਵੀ ਜਿਹੜਾ ਦੁਸ਼ਮਣ ਆ ਉਹ ਆਪਦੇ ਦੁਸ਼ਮਣ ਨੂੰ ਖਾਸ ਤੌਰ ਦੇ ਉੱਤੇ ਜਿਹੋ ਜਿਹਾ ਮਕਾਰ, ਜਿਹੋ ਜਿਹਾ ਢੀਠ, ਜਿਹੋ ਜਿਹਾ ਨਕੰਮਾ ਦੁਸ਼ਮਣ ਜਿਹੜਾ ਸਿੱਖਾਂ ਨੂੰ ਟੱਕਰਿਆ ਹੋਇਆ, ਮੈਂ ਤਾਂ ਉੱਥੇ ਕਈ ਵਾਰ ਇਹ ਗੱਲ ਕਹਿਣਾ ਹੁੰਦਾ ਵੀ ਇਹ ਜਿਹੜੀ ਚੀਜ਼ ਆ ਇਹ ਹੋਰ ਦੁਨੀਆ ਭਰ ਦੇ ਹਰੇਕ ਦੁਸ਼ਮਣ ਤੋਂ ਆਸ ਕੀਤੀ ਜਾ ਸਕਦੀ ਹੈ, ਪਰ ਜਿਹੜਾ ਹਿੰਦੂਇਜ਼ਮ ਆ ਇੱਥੇ ਕੋਈ ਇਹੋ ਜਿਹੀ ਸਪੇਸ ਨਹੀਂ ਹੈ। ਸੋ ਆਪਾਂ ਇਹ ਜਿਹੜਾ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਆ ਉਹ ਆਪਾਂ ਨੂੰ ਸੁਨੇਹਾ ਦੇ ਰਿਹਾ ਕਿ ਖਾਲਸਾ ਪੰਥ ਆਪਦੇ ਫਲਸਫੇ ਲਈ, ਆਪਦੇ ਇਤਿਹਾਸ ਲਈ, ਆਪਦੀ ਵਿਰਾਸਤ ਦੇ ਲਈ, ਆਪਦੇ ਆਦਰਸ਼ਾਂ ਤੇ ਭਾਵਨਾਵਾਂ ਦੀ ਰਾਖੀ ਲਈ ਸਿਰ ਦੇ ਵੀ ਸਕਦਾ ਤੇ ਸਿਰ ਲੈ ਵੀ ਸਕਦਾ। ਤੇ ਜਿਹੜੇ ਖਾਲਸਾ ਪੰਥ ਦੇ ਵੱਖਰੇਪਣ ਦੇ ਸਬੂਤ ਨੇ, ਪ੍ਰਤੀਕ ਨੇ, ਚਿੰਨ੍ਹ ਨੇ, ਉਹਨਾਂ ਦੀ ਰਾਖੀ ਕਿਸੇ
ਦੁਸ਼ਮਣ ਨੇ ਨਹੀਂ ਕਰਨੀ, ਦੁਸ਼ਮਣ ਨੇ ਇਹਨਾਂ ਨੂੰ ਮਿਟਾਉਣਾ ਤੇ ਉਹਨਾਂ ਨੇ ਕਰਨੀ ਆ ਜਿਹੜੇ ਸਿੱਖ ਪਰਿਵਾਰਾਂ 'ਚ ਜੰਮੇ ਆ, ਜਿਨ੍ਹਾਂ ਨੇ ਸਿੱਖੀ ਦੀ ਸੇਵਾ ਕਰਨੀ ਕਰਾਉਣੀ ਆ। ਸੋ ਸਾਰੇ ਕੌਮ ਦੇ ਸਾਹਮਣੇ ਅਸੀਂ ਇਹ ਨੰਗਾ ਚਿੱਟਾ ਤਪਦਾ ਸੱਚ ਰੱਖ ਰਹੇ ਆ ਕਿ ਭਾਈ ਖਾਲਿਸਤਾਨ ਦੇ ਲਈ ਤਾਂ ਗੈਰ ਸਿੱਖ ਪਰਿਵਾਰਾਂ 'ਚੋਂ ਆ ਕੇ ਸ਼ਹਾਦਤਾਂ ਪਾ ਗਏ। ਇਹ ਕਨਸੈਪਟ ਇੰਨਾ ਹਲਕਾ, ਇੰਨਾ ਪੂਰ ਨਹੀਂ ਹੈਗਾ ਜਿੰਨਾ ਤੁਸੀਂ ਇਹਨੂੰ ਸਮਝਦੇ ਹੋ। ਕੌਮ ਜਿਹੜੀ ਆ ਜਿਉਂ-ਜਿਉਂ ਜਾਗਤ ਹੁੰਦੀ ਜਾਏਗੀ ਉਹ ਹਕੀਕਤ ਨੂੰ ਪਛਾਣਦੀ ਜਾਏਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਰਣਜੀਤ ਨਗਾਰਾ ਲੈ ਕੇ ਮੈਂ ਸਰਜੀਤ ਸਿੰਘ ਘਮਾਣ, ਪੰਜਾਬ ਅੰਮ੍ਰਿਤਸਰ, ਸਿੱਖ ਹੋਮਲੈਂਡ ਤੋਂ ਸੰਗਤਾਂ ਦੇ ਰੂਬਰੂ। 30 ਸਾਲਾਂ ਬਾਅਦ ਆਪਣੀ ਧਰਮ ਪਤਨੀ ਨੂੰ ਮਿਲਦੇ ਨੇ ਤੇ ਦਰਸ਼ਕੋ ਇੱਥੇ ਇਹ ਤੁਹਾਨੂੰ ਦੱਸ